नमस्कार प्यारे विद्यार्थियों बच्चों अज मैं 9वीं जमात की ਸਾਹਿਤਮਾਲਾ पुस्तक विच दर्ज ਧਨੀ ਰਾਮ ਚਾਤ੍ਰਿਕ जी की रचना ਤੁਹਾਨੂੰ पढ़ावांगी। ਧਨੀ ਰਾਮ ਚਾਤ੍ਰਿਕ जी पंजाबी दे आधुनिक श्रोमणी कवियां विचों एक सन। उन्होंने अपने जीवन विच बहुत ही रचनावां कीतियां। उन्हां विचों ही ये जिहड़ी तुहाडी ਸਾਹਿਤਮਾਲਾ किताब है उहदे विच उन्हां दीयां रचनावां शामिल हन, जिन्हां विचों पहली उन्हां दी कविता है वहंदा जाए। बच्चों इहदे विच ਧਨੀ ਰਾਮ ਚਾਤ੍ਰਿਕ जी ने जिंदगी दे पानी की गल की गई है। कहते कि जिवें एक नदी का एक किते खलोता पानी बदबू दे दिंदा है, एक सड़ियां पैदा कर दिंदा है, उसी तरह अगर जीवन विच आपां भी हार मान लईए तां कहंदे है कि वो इंसान कदे भी कामयाब नहीं हो सकता। नदी का पानी पहाड़ां तो डिगदा टहंदा चक्कर खांदा तफे खैंदा तफे सहंदा होया हेठां उतर के मैदानां चों लगातार वहंदा होया अपने रिश्तेदार समुंदर नूं जाके मिलदा है। उत्थों फिर सूरज की गर्मी नाल भाफ बन के आसमानां उत्ते जा चढ़दा है अते पहाड़ ते जाके वर जांदा है। उत्थे फिर मालक दे हुक्म दा बद्दा नदी दे रूप विच फिर वो तुरदा है अते आउण जाण दे गेड़ विच ही वो पिया रहिंदा है। कुछ अजिही ही हालत ही मनुखी जीवन दी है जो कि इस कविता दे विच आपां पढ़ांगे। हाँ जी, कहते ਧਨੀ ਰਾਮ ਚਾਤ੍ਰਿਕ जी का जीवन 1876 तो 1954 ईस्वी तक सीगा। कहते ਧਨੀ ਰਾਮ ਚਾਤ੍ਰਿਕ ਦਾ ਜੀਵਨ 4 ਅਕਤੂਬਰ 1876 ਈਸਵੀ ਨੂੰ ਪਿਤਾ ਸ਼੍ਰੀ ਪੋਹੂਮਲ ਅਤੇ ਮਾਤਾ ਸ਼੍ਰੀਮਤੀ ਲక్ష్ਮੀ ਦੇਵੀ ਦੇ ਘਰ ਪਿੰਡ ਪਸੀਆਂਵਾਲਾ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਵਿੱਚ ਹੋਇਆ। ਲਾਲਾ ਧਨੀ ਰਾਮ ਚਾਤ੍ਰਿਕ ਜੀ ਪੰਜਾਬੀ ਦੇ ਆਧੁਨਿਕ ਸ਼੍ਰੋਮਣੀ ਕਵੀਆਂ ਵਿੱਚੋਂ ਇੱਕ ਸਨ। ਜੀਵਨ ਦਾ ਬਹੁਤਾ ਸਮਾਂ ਅੰਮ੍ਰਿਤਸਰ ਵਿੱਚ ਹੀ ਬਿਤਾਇਆ। ਆਪਨੇ ਭਾਈ ਵੀਰ ਸਿੰਘ ਜੀ ਦੇ ਵਜ਼ੀਰ ਹਿੰਦ ਪ੍ਰੈਸ ਵਿੱਚ ਨੌਕਰੀ ਵੀ ਕੀਤੀ। ਆਪ ਦੀਆਂ ਸਾਹਿਤਿਕ ਰਚਨਾਵਾਂ ਕਿਹੜੀਆਂ ਸਨ? ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਨ, ਸੂਫੀ ਖਾਨਾ, ਨੂਰਜਹਾਂ ਬਾਦਸ਼ਾਹ ਬੇਗਮ, ਪ੍ਰਥਰੀ ਹਰੀ ਅਤੇ ਨਲ ਦਮਯੰਤੀ ਆਦਿ ਸਨ। ਧਨੀ ਰਾਮ ਚਾਤ੍ਰਿਕ ਦੀ ਕਵਿਤਾ ਵਿੱਚ ਪੰਜਾਬ ਦਾ ਸੱਭਿਆਚਾਰ ਠਾਠਾ ਮਾਰਦਾ ਹੈ। ਪੰਜਾਬੀ ਬੋਲੀ ਨਾਲ ਪਿਆਰ ਵੀ ਫੁੱਟ ਕੇ ਪੈਂਦਾ ਹੈ। ਆਪ ਦੀ ਭਾਸ਼ਾ ਬਹੁਤ ਹੀ ਸਰਲ ਤੇ ਠੇਠ ਪੰਜਾਬੀ ਹੈ। ਕਹਿੰਦੇ ਹੈ ਵਹਿੰਦਾ ਜਾਏ ਉੱਤਰ ਪਹਾੜੋਂ ਡਿੱਗਦਾ ਟਹਿੰਦਾ ਚੱਕਰ ਖਾਂਦਾ ਤੱਫੇ ਸਹਿੰਦਾ ਨਾਲ ਚਟਾਨਾ ਖੈਂਦਾ ਖੈਂਦਾ ਨੀਰ ਨਦੀ ਦਾ ਵਹਿੰਦਾ ਜਾਏ। ਧਨੀ ਰਾਮ ਚਾਤ੍ਰਿਕ ਜੀ ਕਹਿੰਦੇ ਹਨ ਕਿ ਨਦੀ ਦਾ ਪਾਣੀ ਪਹਾੜ ਤੋਂ ਲੈਂਦਾ ਆ ਰਿਹਾ ਹੈ। ਇਹ ਪਾਣੀ ਡਿੱਗਦਾ ਟਹਿੰਦਾ ਚੱਕਰ ਖਾਂਦਾ ਤੱਫੇ ਸਹਿੰਦਾ ਤੇ ਚਟਾਨਾਂ ਨਾਲ ਖੈਂਦਾ ਹੋਇਆ ਹੇਠਾਂ ਉਤਰਦਾ ਹੈ। ਇਸ ਤਰ੍ਹਾਂ ਪਹਾੜ ਤੋਂ ਉਤਰ ਕੇ ਨਦੀ ਦਾ ਇਹ ਪਾਣੀ ਅੱਗੇ ਹੀ ਅੱਗੇ ਵੱਧਦਾ ਜਾਂਦਾ ਹੈ। ਰਾਹ ਤੁਰਦਾ ਅਸਮਾਨੀ ਤਾਰਾ ਲਹਿਰਾਂ ਵਿੱਚ ਪਾ ਚਲਕਾਰਾ ਪੰਧ ਤੇ ਰਾਹੇ ਲੰਬਾ ਸਾਰਾ ਚਲ ਚਲ ਕਹਿੰਦਾ ਜਾਏ ਨੀਰ ਨਦੀ ਦਾ ਵਹਿੰਦਾ ਜਾਏ। ਕਵੀ ਕਹਿੰਦਾ ਹੈ ਕਿ ਆਪਣੇ ਰਸਤੇ ਉੱਤੇ ਤੁਰਦਾ ਹੋਇਆ ਅਸਮਾਨ ਦਾ ਤਾਰਾ ਨਦੀ ਦੀਆਂ ਲਹਿਰਾਂ ਵਿੱਚ ਚਲਕਾਰੇ ਮਾਰਦਾ ਹੋਇਆ ਆਖਦਾ ਹੈ ਕਿ ਤੇਰਾ ਪੰਧ ਮੇਰੇ ਪੰਧ ਵਾਂਗ ਹੀ ਬਹੁਤ ਲੰਬਾ ਹੈ ਅਤੇ ਨਾਲ ਹੀ ਕਹਿੰਦਾ ਹੈ ਕਿ ਹੇ ਪਾਣੀ ਤੂੰ ਅੱਗੇ ਹੀ ਅੱਗੇ ਤੁਰਦਾ ਜਾ ਤਾਂ ਹੀ ਤੇਰਾ ਪੰਧ ਮੁੱਕੇਗਾ। ਇਸ ਚੇਤਾਵਨੀ ਨੂੰ ਸੁਣਦਾ ਹੋਇਆ ਨਦੀ ਦਾ ਪਾਣੀ ਅੱਗੇ ਹੀ ਅੱਗੇ ਵੱਧਦਾ ਜਾਂਦਾ ਹੈ। ਪੰਧ ਮੈਨੇ ਬੱਚੋ ਕੀ ਹੁੰਦਾ ਹੈ? ਰਸਤਾ। ਨਾਲ ਸਮੁੰਦਰ ਸਾਕਾਦਾਰੀ ਵਿਛੜੇ ਮਿਲੇ ਹਜ਼ਾਰਾਂ ਵਾਰੀ ਖਾ ਗਰਮੀ ਅਸਮਾਨੇ ਚੜਿਆ ਮੁੜ ਪਹਾੜ ਤੇ ਬਹਿੰਦਾ ਜਾਏ ਨੀਰ ਨਦੀ ਦਾ ਵਹਿੰਦਾ ਜਾਏ। ਕਵੀ ਕਹਿੰਦਾ ਹੈ ਕਿ ਨਦੀ ਦੇ ਪਾਣੀ ਦੀ ਸਮੁੰਦਰ ਦੇ ਪਾਣੀ ਨਾਲ ਰਿਸ਼ਤੇਦਾਰੀ ਹੈ। ਉਹ ਆਪਣੇ ਇਸ ਰਿਸ਼ਤੇਦਾਰ ਦੇ ਪਾਣੀ ਨਾਲ ਕਈ ਵਾਰ ਮਿਲਿਆ ਹੈ ਅਤੇ ਕਈ ਵਾਰੀ ਉਸ ਨਾਲੋਂ ਵਿਛੜਿਆ ਹੈ। ਸਮੁੰਦਰ ਵਿੱਚ ਮਿਲਣ ਪਿੱਛੋਂ ਨਦੀ ਦਾ ਇਨ੍ਹਾਂ ਪਾਣੀ ਸੂਰਜ ਦੀ ਗਰਮੀ ਨਾਲ ਬੱਦਲ ਬਣ ਕੇ ਅਸਮਾਨ ਤੇ ਜਾ ਚੜਦਾ ਹੈ ਤੇ ਫਿਰ ਪਹਾੜ ਉੱਤੇ ਜਾ ਵੜਦਾ ਹੈ। ਉੱਥੋਂ ਫਿਰ ਨਦੀ ਦਾ ਪਾਣੀ ਹੇਠਾਂ ਸਮੁੰਦਰ ਵੱਲ ਵਗਣਾ ਸ਼ੁਰੂ ਹੋ ਜਾਂਦਾ ਹੈ। ये है बच्चों आना जाना फेरे पाना तुरिया रहना अख न लाना
ਹੁਕਮਾਂ ਅੰਦਰ ਵਾਂਗ ਫੁਹਾਰੇ, ਮੁੜ ਮੁੜ ਚੜਦਾ ਲਹਿੰਦਾ ਜਾਏ, ਨੀਰ ਨਦੀ ਦਾ ਵਹਿੰਦਾ ਜਾਏ। ਕਹਿੰਦੇ ਹੈ, ਕਵੀ ਕਹਿੰਦਾ ਹੈ ਕਿ ਪਾਣੀ ਦਾ ਕੰਮ ਪਹਾੜ ਤੋਂ ਸਮੁੰਦਰ ਵੱਲ ਆਉਣਾ ਜਾਣਾ ਹੈ। ਇਸ ਤਰ੍ਹਾਂ ਮੁੜ ਮੁੜ ਫੇਰੇ ਪਾਉਣਾ ਹੈ। ਇਹ ਚੱਲਦਾ ਹੀ ਰਹਿੰਦਾ ਹੈ ਅਤੇ ਜਰਾ ਵੀ ਆਰਾਮ ਨਹੀਂ ਕਰਦਾ। ਇਹ ਆਪਣੇ ਮਾਲਕ ਦੇ ਹੁਕਮ ਵਿੱਚ ਬੱਝਾ ਫੁਹਾਰੇ ਵਾਂਗ ਚੜਦਾ ਤੇ ਲਹਿੰਦਾ ਹੈ। ਇਸ ਤਰ੍ਹਾਂ ਨਦੀ ਦਾ ਪਾਣੀ ਵਹਿੰਦਾ ਜਾਂਦਾ ਹੈ। ਕੁਝ ਇਸੇ ਤਰ੍ਹਾਂ ਦਾ ਹਾਲ ਹੀ ਮਨੁੱਖੀ ਜੀਵਨ ਦਾ ਹੈ। ਤੱਫੇ ਸਹਿੰਦਾ ਹੋਇਆ ਹੇਠਾਂ ਉਤਰ ਕੇ ਮੈਦਾਨਾਂ ਚੋਂ ਲਗਾਤਾਰ ਵਹਿੰਦਾ ਹੋਇਆ ਆਪਣੇ ਰਿਸ਼ਤੇਦਾਰ ਸਮੁੰਦਰ ਨੂੰ ਜਾ ਕੇ ਮਿਲਦਾ ਹੈ। ਉੱਥੋਂ ਫਿਰ ਸੂਰਜ ਦੀ ਗਰਮੀ ਨਾਲ ਭਾਫ ਬਣ ਕੇ ਅਸਮਾਨਾਂ ਉੱਤੇ ਜਾ ਚੜਦਾ ਹੈ ਅਤੇ ਪਹਾੜ ਤੇ ਜਾ ਕੇ ਵਰ ਜਾਂਦਾ ਹੈ। ਉੱਥੇ ਫਿਰ ਮਾਲਕ ਦੇ ਹੁਕਮ ਦਾ ਬੱਧਾ ਨਦੀ ਦੇ ਰੂਪ ਵਿੱਚ ਫਿਰ ਉਹ ਤੁਰਦਾ ਹੈ ਅਤੇ ਆਉਣ ਜਾਣ ਦੇ ਗੇੜ ਵਿੱਚ ਹੀ ਉਹ ਪਿਆ ਰਹਿੰਦਾ ਹੈ। ਕੁਝ ਅਜਿਹੀ ਹੀ ਹਾਲਤ ਹੀ ਮਨੁੱਖੀ ਜੀਵਨ ਦੀ ਹੈ, ਜੋ ਕਿ ਇਸ ਕਵਿਤਾ ਦੇ ਵਿੱਚ ਆਪਾਂ ਪੜਾਂਗੇ। ਹਾਂਜੀ ਬੱਚਿਓ, ਜਿਵੇਂ ਕਿ ਹੁਣੇ ਮੈਂ ਤੁਹਾਨੂੰ ਕਿਹੜੀ ਕਵਿਤਾ ਪੜਾਈ ਸੀ, ਧਨੀ ਰਾਮ ਚਾਤ੍ਰਿਕ ਜੀ ਦੀ ਵਹਿੰਦਾ ਜਾਏ। ਹੁਣ ਆਪਾਂ ਅਗਲੀ ਰਚਨਾ ਕਰਾਂਗੇ ਵਿਸਾਖੀ ਦਾ ਮੇਲਾ, ਜੋ ਕਿ ਉਹ ਵੀ ਧਨੀ ਰਾਮ ਚਾਤ੍ਰਿਕ ਜੀ ਦੀ ਰਚਨਾ ਹੈ। ਬੱਚਿਓ, ਜਿਵੇਂ ਕਿ ਹੁਣ ਤੁਸੀਂ ਦੇਖਿਆ ਹੈ, ਇਹ ਵੀ ਅਪ੍ਰੈਲ ਦਾ ਮਹੀਨਾ ਚੱਲਦਾ ਪਿਆ। ਇਹ ਹੁਣ ਕਿਹੜਾ ਮਹੀਨਾ ਹੈ? ਵਿਸਾਖ ਦਾ ਮਹੀਨਾ ਹੈ। ਇਹਨਾਂ ਦਿਨਾਂ ਵਿੱਚ ਜਿਹੜੀ ਕਣਕਾਂ ਉਹ ਪੱਕ ਜਾਂਦੀਆਂ ਹਨ ਅਤੇ ਖੁਸ਼ੀ ਦੇ ਸੋਹਲੇ ਗਾਏ ਜਾਂਦੇ ਹਨ। ਹਰ ਪਾਸੇ ਜਿਹੜੀ ਕਣਕਾਂ ਆ, ਸੋਹਣੇ ਰੰਗੀਆਂ ਕਣਕਾਂ ਨੂੰ ਵੱਢਿਆ ਜਾਂਦਾ ਹੈ ਅਤੇ ਇਸ ਮੌਕੇ ਜਗ੍ਹਾ ਜਗ੍ਹਾ ਮੇਲੇ ਲੱਗਦੇ ਹਨ, ਭੀੜ ਲੱਗਦੀਆਂ ਹਨ, ਰੌਣਕਾਂ ਲੱਗਦੀਆਂ ਹਨ ਅਤੇ ਹਰ ਇਨਸਾਨ ਨੂੰ ਇਸ ਖੁਸ਼ੀ ਦਾ ਆਨੰਦ ਮਾਣਨਾ ਚਾਹੀਦਾ ਹੈ ਅਤੇ ਮੇਲੇ ਦੀ ਖੁਸ਼ੀਆਂ ਦਾ ਭਰਪੂਰ ਮਜ਼ਾ ਲੈਣਾ ਚਾਹੀਦਾ ਹੈ। ਆਓ ਹੁਣ ਵਿਸਾਖੀ ਦੇ ਮੇਲੇ ਦੀ ਕਵਿਤਾ ਪੜ੍ਹੀਏ। ਕਰੀਏ ਸ਼ੁਰੂ। ਚਲੋ। ਹਾਂਜੀ ਬੱਚਿਓ, ਰਚਨਾ ਹੈ ਵਿਸਾਖੀ ਦਾ ਮੇਲਾ। ਪੱਕ ਗਈਆਂ ਕਣਕਾਂ ਲੁਕਾਠ ਰਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫਾਇਆ ਟਾਹਣੀਆਂ ਦੇ ਭਾਰ ਨੇ, ਪੁੰਗਰੀਆਂ ਵੱਲਾਂ ਵੇਲਾ ਰੁਖੀ ਚੜਿਆ, ਫੁੱਲਾਂ ਹੇਠੋਂ ਫਲਾਂ ਨੇ ਪਰੋਇਆ ਲੜੀਆਂ, ਸਾਈਂ ਦੀ ਨਿਗਾਹ ਜਗ ਤੇ ਸਵੱਲੀ ਐ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਮੇਲੇ ਦਾ ਸ਼ੌਕੀਨ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਕੀ ਕਹਿੰਦਾ ਆ ਕਿ ਪਰ ਕਣਕਾਂ ਪੱਕ ਗਈਆਂ ਹਨ, ਲੁਕਾਠ ਰਸ ਗਿਆ ਹੈ ਤੇ ਅੰਬਾਂ ਨੂੰ ਵੀ ਬੂਰ ਪੈਣੇ ਸ਼ੁਰੂ ਹੋ ਗਏ ਹਨ, ਗੁਲਾਬ ਦੇ ਫੁੱਲ ਖਿੜ ਗਏ ਹਨ, ਬਾਗਾਂ ਉੱਤੇ ਬਹਾਰ ਨੇ ਸੋਹਣਾ ਰੰਗ ਲਾਇਆ ਹੋਇਆ ਹੈ ਤੇ ਬੇਰਾਂ ਦੇ ਭਾਰ ਨਾਲ ਟਹਿਣੀਆਂ ਵੀ ਲਿਫੀਆਂ ਪਈਆਂ ਹਨ, ਵੇਲਾਂ ਪੁੰਗਰ ਪਈਆਂ ਹਨ ਤੇ ਉਹ ਰੁੱਖਾਂ ਉੱਪਰ ਚੜਨ ਲੱਗ ਪਈਆਂ ਹਨ, ਫੁੱਲਾਂ ਹੇਠੋਂ ਫਲਾਂ ਨੇ ਲੜੀਆਂ ਪਰੋ ਲਈਆਂ ਹਨ, ਅਰਥਾਤ ਵੇਲਾਂ ਨੂੰ ਲੱਗੇ ਫਲ ਦਿਖਾਈ ਦੇਣ ਲੱਗ ਪਏ ਹਨ। ਦੁਨੀਆ ਉੱਪਰ ਰੱਬ ਦੀ ਨਜ਼ਰ ਮਿਹਰ ਭਰੀ ਜਾਪਦੀ ਹੈ ਕਿ ਚੱਲ ਸਜਣੀਏ, ਪ੍ਰੇਮਿਕਾ ਨੂੰ ਉਹਦਾ ਪ੍ਰੇਮ ਕੀ ਕਹਿ ਰਿਹਾ ਹੈ ਕਿ ਚੱਲ ਸਜਣੀ, ਅਸੀਂ ਵੀ ਅਜਿਹੇ ਸਮੇਂ ਦੀ ਖੁਸ਼ੀ ਮਨਾਉਣ ਲਈ ਮੇਲੇ ਚਲੀਏ। ਦੂਰ ਦੂਰ ਆਓ ਵਣਜਾਰੇ ਆਏ ਨੇ, ਸੋਹਣੇ ਸੋਹਣੇ ਕੁੱਜਾਂ ਤੇ ਫੀਤੇ ਲਿਆਏ ਨੇ, ਗਜਰਿਆਂ ਦੇ ਤੇ ਵੰਗਾਂ ਦਾ ਨਾ ਅੰਤ ਕੋਈ ਹੈ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਹੈ, ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ, ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ਨੇ, ਹੱਟੀ ਸ਼ੌਂਕੇ ਦੀ ਭੀੜ ਖੱਲੀ ਹੈ, ਚੱਲ ਨੀ ਪ੍ਰੇਮੀਏ ਵਿਸਾਖੀ ਚਲੀਏ। ਕਹਿੰਦੇ ਹੈ ਕਿ ਮੇਲੇ ਦਾ ਸ਼ੌਕੀਨ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ, ਕੀ ਕਹਿੰਦਾ ਹੈ ਕਿ ਵਿਸਾਖੀ ਦੇ ਮੇਲੇ ਵਿੱਚ ਦੂਰੋਂ ਦੂਰੋਂ ਜਿਹੜੇ ਵਪਾਰੀ ਹਨ ਉਹ ਆਏ ਹਨ, ਜੋ ਕਿ ਦੁਪੱਟਿਆਂ ਤੇ ਕਿਨਾਰੀ ਲਾਉਣ ਲਈ ਸੋਹਣੀਆਂ ਸੋਹਣੀਆਂ ਲੈਸਾਂ ਤੇ ਫੀਤੇ ਲਿਆਏ ਹਨ। ਉੱਥੇ ਗਜਰਿਆਂ ਤੇ ਵੰਗਾਂ ਦਾ ਕੋਈ ਵੀ ਅੰਤ ਨਹੀਂ। ਮੇਲੇ ਵਿੱਚ ਝੂਠੇ ਗਹਿਣਿਆਂ ਦੀ ਥਾਂ ਮੰਡੀ ਲੱਗੀ ਹੋਈ ਹੈ। ਹਲਵਾਈਆਂ ਨੇ ਹਜ਼ਾਰਾਂ ਹੱਟੀਆਂ ਲਾਈਆਂ ਹੋਈਆਂ ਹਨ ਤੇ ਮੇਲੇ ਵਿੱਚ ਹੋਰ ਸੈਂਕੜੇ ਪ੍ਰਕਾਰ ਦੀਆਂ ਸੁਗਾਤਾਂ ਆਈਆਂ ਹੋਈਆਂ ਹਨ। ਹੱਟੀ ਹੱਟੀ ਉੱਪਰ ਭਿੰਨ ਭਿੰਨ ਚੀਜ਼ਾਂ ਦੇ ਸ਼ੌਕੀਨਾਂ ਦੀਆਂ ਭੀੜਾਂ ਖੜੀਆਂ ਹਨ। ਚੱਲ ਸਜਣੀ, ਅਸੀਂ ਵੀ ਵਿਸਾਖੀ ਦੇ ਮੇਲੇ ਦਾ ਆਨੰਦ ਲਈਏ।
ਅੱਗੇ ਹੈ ਬੱਚਿਓ, ਥਾਈ ਥਾਈ ਖੇਡਾਂ ਤੇ ਪੰਘੂੜੇ ਆਏ ਨੇ, ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ, ਵੰਜਲੀ ਲੰਗੋਟਾ ਕਾਟੋ ਤੁੰਬਾ ਵੱਜਦੇ, ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ, ਇਕੱਠਾ ਹੋ ਕੇ ਆਇਆ ਰੋਲਾ ਸਾਰੇ ਜੱਗ ਦਾ, ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ, ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਇਹਦੇ ਵਿੱਚ ਮੇਲੇ ਦਾ ਸ਼ੌਕੀਨ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ ਕਿ ਮੇਲੇ ਵਿੱਚ ਥਾਂ ਥਾਂ ਪੰਘੂੜੇ ਲੱਗੇ ਹੋਏ ਹਨ ਅਤੇ ਕਈ ਪ੍ਰਕਾਰ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਹਨ। ਥਾਂ ਥਾਂ ਜੋਗੀਆਂ ਨੇ ਸੱਪਾਂ ਦੇ ਅਤੇ ਮਦਾਰੀਆਂ ਨੇ ਬਾਂਦਰਾਂ ਦੇ ਰਿੱਛਾਂ ਦੇ ਤਮਾਸ਼ੇ ਲਾਏ ਹਨ। ਮੇਲੇ ਵਿੱਚ ਕਿਸੇ ਪਾਸੇ ਵੰਚਲੀਆਂ, ਲੰਗੋਟੇ, ਕਾਂਟੇ ਤੇ ਤੁੰਬੇ ਵੱਜ ਰਹੇ ਹਨ ਅਤੇ ਕਿਸੇ ਪਾਸੇ ਛਿੰਝ ਵਿੱਚ ਸੂਰਮੇ ਪਹਿਲਵਾਨ ਗੱਜ ਰਹੇ ਹਨ। ਮੇਲੇ ਵਿੱਚ ਬਹੁਤ ਰੌਲਾ ਪੈ ਰਿਹਾ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਸ ਸਾਰੇ ਸੰਸਾਰ ਦਾ ਰੌਲਾ ਇਕੱਠਾ ਹੋ ਕੇ ਆ ਗਿਆ ਹੋਵੇ। ਮੇਲੇ ਵਿੱਚ ਸੰਘਣੀ ਭੀੜ ਹੈ। ਲੋਕਾਂ ਦਾ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਖਹਿ ਰਿਹਾ ਹੈ। ਮੇਲੇ ਦਾ ਪ੍ਰਸਾਰ ਕੋਹਾਂ ਤੱਕ ਦੇ ਖੇਤਰ ਵਿੱਚ ਹੈ। ਚੱਲ ਸਜਣੀ, ਅਜਿਹੇ ਰੌਣਕਾਂ ਭਰੇ ਮੇਲੇ ਦਾ ਆਨੰਦ ਲੈਣ ਲਈ ਚਲੀਏ। ਅਗਲੀ ਕਵਿਤਾ ਹੈ ਬੱਚੋ ਧਨੀ ਰਾਮ ਚਾਤਰੀ ਜੀ ਜੀਵਨ ਜੋਤ। ਬੱਚੋ ਇਸ ਕਵਿਤਾ ਵਿੱਚ ਕਵੀ ਜੀ ਨੇ ਕਿਹਾ ਹੈ ਕਿ ਮਨੁੱਖ ਵਿੱਚ ਇੱਕ ਅਥਾਹ ਰੱਬੀ ਸ਼ਕਤੀ ਹੈ। ਉਸ ਨੂੰ ਹਮੇਸ਼ਾ ਆਪਣੇ ਅੰਦਰ ਵਿਕਾਸ ਕਰਨ, ਆਪਣੇ ਆਪੀ ਦੀ ਪਛਾਣ ਕਰਨ, ਆਪਣੇ ਆਪ ਨੂੰ ਵਿਸ਼ਾਲ ਤੇ ਬਲਵਾਨ ਬਣਾਉਣ ਲਈ, ਆਪਣੇ ਆਲੇ ਦੁਆਲੇ ਨੂੰ ਬਦਲ ਕੇ ਰੱਖ ਦੇਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਕਿ ਆਪਣੇ ਵਿੱਚ ਇਹੋ ਜਿਹਾ ਹੁਨਰ ਪੈਦਾ ਕਰਨਾ ਚਾਹੀਦਾ ਹੈ ਕਿ ਉਹ ਸਮਾਜ ਨੂੰ ਬਦਲ ਸਕੇ, ਆਪਣੇ ਆਪ ਨੂੰ ਬਦਲ ਸਕੇ, ਜਿਸ ਕਾਰਨ ਉਹਦੇ ਤੋਂ ਪ੍ਰੇਰਿਤ ਹੋ ਕੇ ਹੋਰ ਵੀ ਜਿਹੜੇ ਲੋਕ ਹੈ ਆਪਣੇ ਵੱਲੋਂ ਬਦਲਾਵ ਦੀ ਜਿਹੜਾ ਯਤਨ ਹੈ ਉਹ ਕਰਨ। ਚਲੋ ਹੁਣ ਆਪਾਂ ਕਵਿਤਾ ਕਰਦੇ ਹਾਂ। ਹਾਂਜੀ ਬੱਚੋ, ਆਓ ਆਪਾਂ ਜੀਵਨ ਜੋਤ ਕਵਿਤਾ ਪੜ੍ਹੀਏ। जगत विच जी के जो न रहन दे समान पैदा कर, जो मर के भी अमर हो जाए ऐसी जान पैदा कर, समुंदर तो निखड़ के भी तू कतरा है समुंदर दा, उछाल मार के इस विच कोई तूफान पैदा कर। कवि कहता है कि हे मनुख, इस संसार विच सदा ਲਈ ਜਿਉਂਦਾ ਰਹਿਣ ਦੇ ਸਮਾਨ ਪੈਦਾ ਕਰ। ਤੈਨੂੰ ਆਪਣੇ ਵਿੱਚ ਅਜਿਹੀ ਤਾਕਤ ਪੈਦਾ ਕਰਨੀ ਚਾਹੀਦੀ ਹੈ ਜਿਸ ਨਾਲ ਤੂੰ ਮਰ ਕੇ ਵੀ ਅਮਰ ਹੋ ਜਾਵੇਂ, ਅਰਥਾਤ ਮਰਨ ਪਿੱਛੋਂ ਵੀ ਇਸ ਦੁਨੀਆ ਨੂੰ ਤੇਰੀ ਦੇਣ ਯਾਦ ਰਹੇ। ਤੂੰ ਪਰਮਾਤਮਾ ਰੂਪ ਸਮੁੰਦਰ ਤੋਂ ਨਿਖੜ ਕੇ ਵੀ ਸਮੁੰਦਰ ਦਾ ਕਤਰਾ ਹੈ। ਤੈਨੂੰ ਇਸ ਜੀਵਨ ਰੂਪ ਕਤਰੇ ਵਿੱਚ ਉਛਾਲਾ ਮਾਰ ਕੇ ਕੋਈ ਤੂਫਾਨ ਪੈਦਾ ਕਰਨਾ ਚਾਹੀਦਾ ਹੈ। तू जीवन है जहाना दा, ना बहु बेजान बुत बन के, जो नक्शा पलट के दुनिया दा वो कमसान पैदा कर। कहते हैं कि मनुख ਨੂੰ ਉਸ ਵਿੱਚ ਮੌਜੂਦ ਪਰਮਾਤਮਾ ਦੀ ਅਥਾਹ ਸ਼ਕਤੀ ਤੋਂ ਸੁਚੇਤ ਕਰਦਿਆਂ ਉਸ ਨੂੰ ਕਹਿੰਦਾ ਹੈ ਕਿ हे ਮਨੁੱਖ, ਤੂੰ ਹੀ ਸਮੁੱਚੇ ਸੰਸਾਰ ਦਾ ਜੀਵਨ ਹੈ। ਤੈਨੂੰ ਬੇਜਾਨ ਬੁੱਤ ਬਣ ਕੇ ਨਹੀਂ ਬੈਠਣਾ ਚਾਹੀਦਾ। तेरा इस तंग धरती ते गुजारा है बड़ा मुश्किल, सितारा बन के चमकन वास्ते आसमान पैदा कर। कि मनुख ਨੂੰ ਉਸ ਵਿੱਚ ਮੌਜੂਦ ਪਰਮਾਤਮਾ ਦੀ ਅਥਾਹ ਸ਼ਕਤੀ ਤੋਂ ਸੁਚੇਤ ਕਰਦਿਆਂ ਉਸ ਨੂੰ ਕਹਿੰਦਾ ਹੈ ਕਿ हे ਮਨੁੱਖ, ਤੈਨੂੰ ਇਸ ਧਰਤੀ ਉੱਤੇ ਉਸ ਕਮਸਾਨ ਪੈਦਾ ਕਰਨਾ ਚਾਹੀਦਾ ਹੈ ਜੋ ਦੁਨੀਆ ਦਾ ਨਕਸ਼ਾ ਬਦਲ ਕੇ ਰੱਖ ਦੇਵੇ। ਇਸ ਤੰਗ ਧਰਤੀ ਉੱਤੇ ਤੇਰਾ ਗੁਜ਼ਾਰਾ ਬੜਾ ਮੁਸ਼ਕਿਲ ਹੈ। ਤੈਨੂੰ ਤਾਂ ਸਿਤਾਰਾ ਬਣ ਕੇ ਚਮਕਣ ਲਈ ਨਵੇਂ ਅਸਮਾਨ ਪੈਦਾ ਕਰਨੇ ਚਾਹੀਦੇ ਹਨ। ਨਾ ਬਣਿਆ ਬੇਕੀਰਤ ਰਹੋ, ਹਕੀਕਤ ਆਸ਼ਾਨਾ ਹੋ ਜਾ, ਉਹ ਸੁਖਮ ਆਪਣੇ ਫੈਲਣ ਲਈ ਮੈਦਾਨ ਪੈਦਾ ਕਰ। ਕਵੀ ਕਹਿੰਦਾ ਹੈ ਕਿ ਮਨੁੱਖ ਨੂੰ ਉਸ ਵਿੱਚ ਮੌਜੂਦ ਪਰਮਾਤਮਾ ਦੀ ਅਥਾਹ ਸ਼ਕਤੀ ਸੰਬੰਧੀ ਉਚੇਤ ਕਰਦਿਆਂ ਹੋਇਆ ਉਸ ਨੂੰ ਕਹਿੰਦੇ ਹਨ ਕਿ हे ਮਨੁੱਖ, ਤੈਨੂੰ ਇਸ ਦੁਨੀਆ ਉੱਤੇ ਅਨਹੋਂਦ ਜਿਹੀ ਬਣ ਕੇ ਨਹੀਂ ਰਹਿਣਾ ਚਾਹੀਦਾ, ਬਲਕਿ
अपनी असलियत जाहिर करने वाला बनना चाहिदा है। तेरी हस्ती इस समय सूक्ष्म है, पर तेनू अपने फैलन लई खुला मैदान पैदा करना चाहिदा है। समा बन के पख महफिल जगा दे जोत दुनिया ते कली दी जून छड्ड के खिड़ खिड़ के चमनिस्तान पैदा कर। कहते हैं कि मनुख ਨੂੰ ਉਸ ਵਿੱਚ ਮੌਜੂਦ ਪਰਮਾਤਮਾ ਦੀ ਅਥਾਹ ਸ਼ਕਤੀ ਸੰਬੰਧੀ ਸੁਚੇਤ ਕਰਦਿਆਂ ਉਸ ਨੂੰ ਕਹਿੰਦੇ ਹਨ ਕਿ ਤੈਨੂੰ ਸ਼ਮਾ ਬਣ ਕੇ ਪਖਾਉਣੀ ਚਾਹੀਦੀ ਹੈ ਤੇ ਦੁਨੀਆ ਉੱਤੇ ਆਪਣੀ ਨਵੇਕਲੀ ਜੋਤ ਜਗਾਉਣੀ ਚਾਹੀਦੀ ਹੈ। ਤੈਨੂੰ ਇਕੱਲੀ ਕਲੀ ਦੀ ਜੂਨ ਨੂੰ ਤਿਆਗ ਦੇਣਾ ਚਾਹੀਦਾ ਹੈ ਤੇ ਖਿੜ ਕੇ ਬਾਗ ਪੈਦਾ ਕਰਨਾ ਚਾਹੀਦਾ ਹੈ। तड़प है तेरे अंदर ओह मचा देवे क्यामत जो कोई करतब विखालन नो नवा चौगान पैदा कर। कहते हैं कि मनुख ਨੂੰ ਉਸ ਵਿੱਚ ਮੌਜੂਦ ਪਰਮਾਤਮਾ ਦੀ ਅਥਾਹ ਸ਼ਕਤੀ ਸੰਬੰਧੀ ਸੁਚੇਤ ਕਰਦਿਆਂ ਉਸ ਨੂੰ ਕਿਹਾ ਹੈ ਕਿ हे ਮਨੁੱਖ तेरे अंदर ਉਹ तड़प है जो क्यामत पैदा कर सकती है, अर्थात तेरे विच दुनिया ਨੂੰ बदल के रख देण ਦੀ ਤਾਕਤ ਹੈ। ਇਸ ਕਰਕੇ ਤੈਨੂੰ ਆਪਣੇ ਕਰਤੱਵ ਵਿਖਾਉਣ ਲਈ ਨਵਾਂ ਮੈਦਾਨ ਪੈਦਾ ਕਰਨਾ ਚਾਹੀਦਾ ਹੈ। ਨਾ ਸਿੱਪੀ ਵਾਂਗ ਇੱਕ ਇੱਕ ਬੂੰਦ ਦੀ ਖਾਤਰ ਤੜਪਦਾ ਰਹੋ। ਤੂੰ ਦਰਿਆ ਦੇ ਅੰਦਰ ਮੋਤੀਆਂ ਦੀ ਖਾਨ ਪੈਦਾ ਕਰ। ਕਹਿੰਦੇ ਹਨ ਕਿ ਮਨੁੱਖ ਨੂੰ ਉਸ ਵਿੱਚ ਮੌਜੂਦ ਪਰਮਾਤਮਾ ਦੀ ਅਥਾਹ ਸ਼ਕਤੀ ਸੰਬੰਧੀ ਸੁਚੇਤ ਕਰਦਿਆਂ ਹੋਇਆ ਕਵੀ ਜੀ ਕਹਿੰਦੇ ਹਨ ਕਿ हे ਮਨੁੱਖ ਤੈਨੂੰ ਸਿੱਪੀ ਵਾਂਗ ਇੱਕ ਇੱਕ ਬੂੰਦ ਲਈ ਨਹੀਂ ਤੜਪਣਾ ਚਾਹੀਦਾ, ਸਗੋਂ ਤੈਨੂੰ ਦਿਲ ਦਰਿਆ ਵਿੱਚ ਮੋਤੀਆਂ ਦੀ ਖਾਨ ਪੈਦਾ ਕਰਨੀ ਚਾਹੀਦੀ ਹੈ। ਅੱਗੇ ਹੈ ਤੇਰੀ ਹੀ ਕਰਮ ਫਲ ਕੇ ਕਿਸਮਤ ਦਾ ਬਾਗ ਲਾਉਣਗੇ, ਤੂੰ ਜਿਗਰੇ ਨਾਲ ਤਾਕਤ ਆਪਣੀ ਦਾ ਗਿਆਨ ਪੈਦਾ ਕਰ। ਕਹਿੰਦੇ ਹਨ ਕਿ ਮਨੁੱਖ ਵਿੱਚ ਪਰਮਾਤਮਾ ਦੀ ਅਥਾਹ ਸ਼ਕਤੀ ਹੈ। हे ਮਨੁੱਖ ਤੇਰੇ ਕਰਮ ਫਲ ਕੇ ਹੀ ਕਿਸਮਤਾਂ ਦਾ ਬਾਗ ਲਾਉਣਗੇ। ਤੈਨੂੰ ਹੌਸਲੇ ਨਾਲ ਆਪਣੀ ਤਾਕਤ ਦਾ ਗਿਆਨ ਪੈਦਾ ਕਰਨਾ ਚਾਹੀਦਾ ਹੈ। ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੇਰੇ ਵਿੱਚ ਕਿੰਨੀ ਅਥਾਹ ਸ਼ਕਤੀ ਹੈ। तेरी बसी दे अंदर आप मोहन फूक भरता है, गूंजा दे जमीन ते आसमान ऐसी ताक पैदा कर। कि कहते हैं कि हे मनुख तेनू पता होना चाहिए है कि तेरी जीवन रूपी बंसरी विच कृष्ण भगवान आप फूक भरदा है। तेनू अजिही तान पैदा करनी चाहिए है जो जमीन अते आसमान नू गुंजा देवे ਅਤੇ ਆਲੇ ਦੁਆਲੇ ਵਿੱਚ ਉਥਲ ਪੁਥਲ ਮਚਾ ਦੇਵੇ। ਜਿਨ੍ਹਾਂ ਨੇ ਜੋੜ ਕੇ ਤਿਨਕੇ ਜਹਾਨ ਆਬਾਦ ਕੀਤੇ ਸਨ, ਜੇ ਹਿੰਮਤ ਹੈ ਤਾਂ ਐਸੇ ਸੂਰਮੇ ਬਲਵਾਨ ਪੈਦਾ ਕਰ। ਕਵੀ ਕਹਿੰਦਾ ਹੈ ਕਿ हे ਮਨੁੱਖ ਜੇ ਤੈਨੂੰ ਪਤਾ ਹੈ ਕਿ ਤੇਰੇ ਵਿੱਚ ਅਥਾਹ ਹਿੰਮਤ ਹੈ ਤਾਂ ਤੈਨੂੰ ਆਪਣੇ ਵਿੱਚੋਂ ਉਹਨਾਂ ਬਲਵਾਨ ਸੂਰਮਿਆਂ ਦੀ ਸ਼ਕਤੀ ਪੈਦਾ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਨਿੱਕੇ ਨਿੱਕੇ ਤਿਨਕੇ ਜੋੜ ਕੇ महान दुनिया बसाई है। उम्मीद है बच्चों कि ਜਿਹੜੀ ਮੈਂ ਅੱਜ ਤੁਹਾਨੂੰ ਸ਼੍ਰੀ ਧਨੀ ਰਾਮ ਚਾਤ੍ਰਿਕ ਜੀ ਦੀ ਕਵਿਤਾਵਾਂ ਵਹਿੰਦਾ ਜਾਏ, ਵਿਸਾਖੀ ਦਾ ਮੇਲਾ ਅਤੇ ਜੀਵਨ ਜੋਤ ਜਿਹੜੀਆਂ ਪੜ੍ਹਾਈਆਂ ਹਨ ਉਹ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਈਆਂ ਹੋਣਗੀਆਂ। ਇਸ ਕਰਕੇ ਬੱਚਿਓ ਇਸ ਕਵਿਤਾ ਦੀ ਤੁਸੀਂ ਦੁਹਰਾਈ ਕਰਨੀ ਹੈ ਅਤੇ ਆਪਣੀ ਕਾਪੀਆਂ ਵਿੱਚ ਪ੍ਰਸੰਗ ਸਹਿਤ ਵਿਆਖਿਆ ਜਿਹੜੀ ਹੈ ਉਹ ਕਰਨੀ ਹੈ। ਧੰਨਵਾਦ।